Good morning, grade 7th. I hope you all are well and fit and fine at your home. Class, ਅੱਜ ਦੇ ਲੈਕਚਰ ਵਿੱਚ ਅਸੀਂ ਕਰਾਂਗੇ ਪਾਠ 14 ਕਾਬਲੀ ਵਾਲਾ। ਬੱਚੇ ਇਹ ਪਾਠ ਜੋ ਪੜ੍ਹ ਕੇ ਤੁਹਾਨੂੰ ਪੂਰਾ ਹੀ ਆਨੰਦ ਆਏਗਾ। ਬੱਚੇ ਜੋ ਕਾਬਲੀ ਵਾਲਾ ਹੈ ਉਹ ਗਲੀ ਦੇ ਵਿੱਚ ਜਿਵੇਂ ਚੀਜ਼ਾਂ ਨਹੀਂ ਵੇਚਣ ਆਉਂਦੇ ਆ, ਉਸੇ ਤਰ੍ਹਾਂ ਇੱਕ ਇਨਸਾਨ ਹੈ ਜੋ ਕਸ਼ਮੀਰ ਵਾਲੀ ਸਾਈਡ ਤੋਂ ਸਾਲ ਬਾਅਦ ਚੀਜ਼ਾਂ ਵੇਚਣ ਆਉਂਦੇ, ਜਿੱਦਾਂ ਪਠਾਨ ਹੁੰਦੇ ਨੇ ਉਹ ਲੋਕ ਚੀਜ਼ਾਂ ਵੇਚਣ ਆਉਂਦੇ ਨੇ। ਕਈ ਵੇਲੇ ਚੀਜ਼ਾਂ ਅਸੀਂ ਖਰੀਦਦੇ ਹਾਂ ਅਤੇ ਉਹ ਖਰੀਦ ਕੇ ਸਾਨੂੰ ਬਹੁਤ ਹੀ ਆਨੰਦ ਆਉਂਦਾ ਹੈ, ਅਸੀਂ ਉਸ ਦੀ ਉਡੀਕ ਕਰਦੇ ਹਾਂ। ਇਸੇ ਤਰ੍ਹਾਂ ਇੱਕ ਛੋਟੀ ਜਿਹੀ ਲੜਕੀ ਹੈ, ਕਾਬਲੀ ਵਾਲੇ ਦੀ ਉਡੀਕ ਕਰਦੀ ਹੈ, ਉਸ ਤੋਂ ਚੀਜ਼ਾਂ ਲੈਂਦੀ ਹੈ, ਪਰੰਤੂ ਕੁਝ ਅਜਿਹੀ ਘਟਨਾ ਵਾਪਰਦੀ ਜਿਸ ਦੇ ਉਸ ਛੋਟੀ ਲੜਕੀ ਦੇ ਉੱਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪੈਂਦਾ ਹੈ। ਸੋ ਆਓ ਅੱਜ ਦੇ ਲੈਕਚਰ ਵਿੱਚ ਅਸੀਂ ਇਸ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਮੇਰੀ 5 ਸਾਲਾਂ ਦੀ ਬੇਟੀ ਮਿੰਨੀ ਪਲ ਭਰ ਵੀ ਬੋਲੇ ਬਿਨਾਂ ਨਹੀਂ ਰਹਿ ਸਕਦੀ ਸੀ। ਇੱਕ ਦਿਨ ਸਵੇਰੇ ਸਵੇਰੇ ਕਹਿਣ ਲੱਗੀ, ਬਾਊ ਜੀ ਰਾਮ ਦਿਆਲ ਦਰਬਾਰ ਇਹ ਨਾ ਉਹ ਕਾਗ ਨੂੰ ਕਾਂ ਕਹਿੰਦਾ ਹੈ। ਉਹਨੂੰ ਕੁਝ ਪਤਾ ਹੀ ਨਹੀਂ ਬਾਊ ਜੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿਣਾ ਉਸਨੇ ਦੂਜੀ ਗੱਲ ਛੇੜ ਦਿੱਤੀ। ਵੇਖੋ ਬਾਊ ਜੀ, ਭੋਲਾ ਕਹਿੰਦਾ ਹੈ ਅਸਮਾਨ ਵਿੱਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ, ਇਸ ਕਰਕੇ ਮੀਂਹ ਪੈਂਦਾ ਹੈ। ਦੱਸੋ ਬਾਊ ਜੀ, ਭੋਲਾ ਝੂਠ ਬੋਲਦਾ ਏ ਨਾ? ਬਾਊ ਜੀ ਇੰਨਾ ਕਹਿ ਕੇ ਉਹ ਖੇਡਣ ਲੱਗ ਪਈ। ਮੇਰਾ ਘਰ ਸੜਕ ਦੇ ਕੰਢੇ ਤੇ ਹੈ। ਇੱਕ ਦਿਨ ਮਿੰਨੀ ਮੇਰੇ ਕਮਰੇ ਵਿੱਚ ਖੇਡਦੀ ਰਹੀ ਸੀ। ਅਚਾਨਕ ਖੇਡ ਛੱਡ ਕੇ ਖਿੜਕੀ ਵੱਲ ਦੌੜ ਪਈ ਅਤੇ ਉੱਚੀ ਆਵਾਜ਼ ਵਿੱਚ ਬੋਲਣ ਲੱਗੀ, ਕਾਬਲੀ ਵਾਲੇ, ਓਏ ਕਾਬਲੀ ਵਾਲੇ। ਮੋਢੇ ਤੇ ਮੇਵਿਆਂ ਦਾ ਝੋਲਾ ਲਮਕਾਈ, ਹੱਥ ਵਿੱਚ ਅੰਗੂਰਾਂ ਦੀ ਟੋਕਰੀ ਫੜੀ, ਇੱਕ ਲੰਮਾ ਉੱਚਾ ਲੰਬਾ ਕਾਬਲੀ ਵਾਲਾ ਧੀਮੀ ਚਾਲ ਵਿੱਚ ਸੜਕ ਤੇ ਜਾ ਰਿਹਾ ਸੀ। ਜਿਵੇਂ ਹੀ ਉਹ ਸਾਡੇ ਘਰ ਵੱਲ ਮੁੜਿਆ, ਮਿੰਨੀ ਡਰ ਕੇ ਅੰਦਰ ਭੱਜ ਗਈ। ਉਹ ਡਰ ਗਈ ਕਿਧਰੇ ਉਹ ਉਸਨੂੰ ਫੜ ਕੇ ਨਾ ਲੈ ਜਾਵੇ। ਉਸਨੂੰ ਇਹ ਡਰ ਸੀ ਕਿ ਉਸਨੇ ਝੋਲੀ ਵਿੱਚ 2-3 ਬੱਚੇ ਹੋਰ ਵੀ ਫੜੇ ਹੋਏ ਨੇ। ਕਾਬਲੀ ਵਾਲੇ ਨੇ ਮੁਸਕਰਾ ਕੇ ਮੈਨੂੰ ਸਲਾਮ ਕੀਤੀ। ਮੈਂ ਉਸ ਤੋਂ ਕੁਝ ਸੌਦਾ ਖਰੀਦਿਆ। ਫਿਰ ਉਹ ਮੈਥੋਂ ਪੁੱਛਣ ਲੱਗਾ, ਬਾਊ ਸਾਹਿਬ ਤੁਹਾਡੀ ਬੱਚੀ ਕਿੱਥੇ ਹੈ? ਮੈਂ ਮਿੰਨੀ ਦਾ ਡਰ ਕੱਢਣ ਖਾਤਰ ਉਸਨੂੰ ਆਵਾਜ਼ ਦੇ ਕੇ ਬੁਲਾਇਆ। ਕਾਬਲੀ ਵਾਲਾ ਝੋਲੇ ਚੋਂ ਬਦਾਮ ਤੇ ਕਿਸ਼ਮਿਸ਼ ਕੱਢ ਕੇ ਮਿੰਨੀ ਨੂੰ ਦੇਣ ਲੱਗਾ, ਪਰ ਉਸਨੇ ਕੁਝ ਵੀ ਨਾ ਲਿਆ। ਡਰ ਨਾਲ ਉਹ ਮੇਰੀਆਂ ਲੱਤਾਂ ਨਾਲ ਚੁੰਬੜ ਗਈ। ਕਾਬਲੀ ਵਾਲੇ ਨਾਲ ਮਿੰਨੀ ਦੀ ਪਹਿਲੀ ਜਾਣ ਪਛਾਣ ਇਸ ਤਰ੍ਹਾਂ ਦੀ ਰਹੀ। ਕੁਝ ਦਿਨਾਂ ਬਾਅਦ ਮੈਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਜਾ ਰਿਹਾ ਸੀ। ਮੈਂ ਦੇਖਿਆ ਕਿ ਮਿੰਨੀ ਕਾਬਲੀ ਵਾਲੇ ਨਾਲ ਪਟਾਕ ਗੱਲਾਂ ਮਾਰ ਰਹੀ ਹੈ ਅਤੇ ਕਾਬਲੀ ਵਾਲਾ ਮੁਸਕਰਾਉਂਦਾ ਹੋਇਆ ਉਸ ਨੂੰ ਸੁਣਾ ਰਿਹਾ ਹੈ। ਮਿੰਨੀ ਦੀ ਝੋਲੀ ਬਦਾਮ ਅਤੇ ਕਿਸ਼ਮਿਸ਼ ਨਾਲ ਭਰੀ ਹੋਈ ਹੈ। ਮੈਂ ਕਾਬਲੀ ਵਾਲੇ ਨੂੰ ਅਠਿਆਨੀ ਦਿੰਦੇ ਹੋਏ ਕਿਹਾ, ਤੁਸੀਂ ਇਹ ਸਭ ਕੁਝ ਕਿਉਂ ਦਿੱਤਾ? ਅੱਗੇ ਤੋਂ ਨਾ ਦੇਣਾ। ਇੰਨਾ ਕਹਿ ਕੇ ਮੈਂ ਉੱਥੋਂ ਚਲਾ ਗਿਆ। ਕਾਬਲੀ ਵਾਲਾ ਕੁਝ ਹੋਰ ਦੇਰ ਤੱਕ ਮਿੰਨੀ ਨਾਲ ਗੱਲਾਂ ਕਰਦਾ ਰਿਹਾ। ਜਾਂਦਾ ਹੋਇਆ ਉਹ ਅਠਿਆਨੀ ਮਿੰਨੀ ਦੀ ਝੋਲੀ ਰੱਖ ਗਿਆ। ਜਦ ਮੈਂ ਘਰ ਪਰਤਿਆ ਤਾਂ ਦੇਖਿਆ ਮਿੰਨੀ ਦੀ ਮਾਂ ਉਸ ਨੂੰ ਕਾਬਲੀ ਵਾਲੇ ਤੋਂ ਅਠਿਆਨੀ ਲੈਣ ਕਰਕੇ ਡਾਂਟ ਰਹੀ ਸੀ। ਕਾਬਲੀ ਵਾਲਾ ਹਰ ਰੋਜ਼ ਆਉਂਦਾ ਰਿਹਾ। ਉਸ ਨੇ ਕਿਸ਼ਮਿਸ਼ ਬਦਾਮ ਦੇ ਕੇ ਮਿੰਨੀ ਦੇ ਛੋਟੇ ਜਿਹੇ ਦਿਲ ਦੇ ਵਿੱਚ ਜਗ੍ਹਾ ਬਣਾ ਲਈ ਸੀ। ਦੋਵੇਂ ਦੇਰ ਤੱਕ ਗੱਲਾਂ ਕਰਦੇ ਅਤੇ ਜ਼ੋਰ ਨਾਲ ਹੱਸਦੇ। ਰਹਿਮਤ ਕਾਬਲੀ ਵਾਲੇ ਨੂੰ ਦੇਖਦਿਆਂ ਮੇਰੀ ਬੱਚੀ ਹੱਸਦੀ ਹੋਈ ਪੁੱਛਦੀ, ਕਾਬਲੀ ਵਾਲੇ ਤੇਰੇ ਝੋਲੀ ਵਿੱਚ ਕੀ ਹੈ? ਰਹਿਮਤ ਹੱਸ ਕੇ ਕਹਿੰਦਾ, ਹਾਥੀ। ਫਿਰ ਉਹ ਮਿੰਨੀ ਨੂੰ ਪੁੱਛਦਾ, ਤੂੰ ਸਹੁਰੇ ਕਦੋਂ ਜਾਏਂਗੀ? ਮਿੰਨੀ ਉਲਟਾ ਉਸ ਨੂੰ ਪੁੱਛਦੀ, ਤੂੰ ਸਹੁਰੇ ਕਦੋਂ ਜਾਵੇਂਗਾ? ਰਹਿਮਤ ਆਪਣਾ ਮੁੱਕਾ ਘੁਮਾ ਕੇ ਕਹਿੰਦਾ, ਮੈਂ ਸਹੁਰੇ ਨੂੰ ਮਾਰਾਂਗਾ। ਉਸਦੀ ਇਸ ਗੱਲ ਤੇ ਮਿੰਨੀ ਬਹੁਤ ਹੱਸਦੀ। ਹਰ ਸਾਲ ਸਰਦੀ ਦੇ ਅੰਤ ਵਿੱਚ ਕਾਬਲੀ ਵਾਲਾ ਆਪਣੇ ਦੇਸ਼ ਚਲਾ ਜਾਂਦਾ। ਜਾਣ ਤੋਂ ਪਹਿਲਾਂ ਉਹ ਸਭ ਲੋਕਾਂ ਨੂੰ ਰੁਪਏ ਗਾਉਣ 'ਚ ਰੁੱਝਿਆ ਰਹਿੰਦਾ। ਉਸ ਨੂੰ ਘਰ ਜਾਣਾ ਪੈਂਦਾ। ਫਿਰ ਵੀ ਉਹ ਦਿਨ ਵਿੱਚ ਇੱਕ ਵਾਰ ਮਿੰਨੀ ਨੂੰ ਜ਼ਰੂਰ ਮਿਲਣ ਆਉਂਦਾ। ਇੱਕ ਦਿਨ ਸਵੇਰੇ ਮੈਂ ਆਪਣੇ ਕਮਰੇ ਵਿੱਚ ਹੀ ਬੈਠਾ ਸੀ ਕਿ ਕੋਈ ਕੰਮ ਕਰ ਰਿਹਾ ਸੀ ਕਿ ਬਾਹਰ ਸੜਕ ਤੇ ਜ਼ੋਰ ਸ਼ੋਰ ਸੁਣਾਈ ਦਿੱਤਾ। ਬਾਹਰ ਦੇਖਿਆ ਕਿ ਰਹਿਮਤ ਨੂੰ 2 ਸਿਪਾਹੀ ਬੰਨ੍ਹ ਕੇ ਲੈ ਕੇ ਜਾ ਰਹੇ। ਰਹਿਮਤ ਦੇ
ਕੁੜਤੇ ਤੇ ਲਹੂ ਦੇ ਧੱਬੇ ਹੋ ਲੱਗੇ ਹੋਏ। ਸਿਪਾਹੀ ਦੇ ਹੱਥ ਵਿੱਚ ਲਹੂ ਨਾਲ ਲਿਬੜਿਆ ਹੋਇਆ ਛੁਰਾ ਵੀ ਸੀ। ਕੁਝ ਸਿਪਾਹੀ ਅਤੇ ਕੁਝ ਲੋਕਾਂ ਦੇ ਮੂੰਹਾਂ ਸੁਣਿਆ ਕਿ ਸਾਡੇ ਗੁਆਂਢ ਵਿੱਚ ਰਹਿੰਦੇ ਇੱਕ ਆਦਮੀ ਨੇ ਰਹਿਮਤ ਤੋਂ ਇੱਕ ਚਾਦਰ ਖਰੀਦੀ ਸੀ। ਉਸ ਵੱਲ ਰਹਿਮਤ ਦੇ ਕੁਝ ਪੈਸੇ ਉਧਾਰ ਸਨ, ਜਿਸ ਨੂੰ ਮੋੜਨ ਤੋਂ ਉਸਨੇ ਨਾ ਕਰ ਦਿੱਤੀ। ਦੋਹਾਂ ਵਿੱਚ ਇਸ ਗੱਲ ਦੀ ਝਗੜਾ ਹੋ ਵੱਧ ਗਿਆ ਤੇ ਕਾਬਲੀ ਵਾਲੇ ਨੇ ਉਸਨੂੰ ਛੁਰੇ ਨਾਲ ਮਾਰਤਾ। ਐਨੇ ਨੂੰ ਕਾਬਲੀ ਵਾਲੇ ਕਹਿੰਦੀ ਮਿੰਨੀ ਬਾਹਰ ਆ ਗਈ। ਮਿੰਨੀ ਨੂੰ ਵੇਖ ਕੇ ਰਹਿਮਤ ਦਾ ਚਿਹਰਾ ਪਲ ਭਰ ਲਈ ਖਿੜ ਗਿਆ। ਮਿੰਨੀ ਨੇ ਆਉਂਦਿਆਂ ਹੀ ਉਸ ਨੂੰ ਪੁੱਛਿਆ, ਤੂੰ ਸਹੁਰੇ ਕਦੋਂ ਜਾਵੇਂਗਾ? ਰਹਿਮਤ ਨੇ ਹੱਸ ਕੇ ਕਿਹਾ, ਮੈਂ ਉੱਥੇ ਹੀ ਜਾ ਰਿਹਾ ਹਾਂ। ਰਹਿਮਤ ਨੇ ਮਹਿਸੂਸ ਕੀਤਾ ਕਿ ਉਸ ਦੇ ਉੱਤਰ ਨਾਲ ਮਿੰਨੀ ਖੁਸ਼ ਨਹੀਂ ਹੋਈ, ਤਾਂ ਉਸ ਨੇ ਮੁੱਕਾ ਦਿਖਾ ਕੇ ਕਿਹਾ, ਸਹੁਰੇ ਨੂੰ ਮਾਰ ਦਿਆਂ, ਪਰ ਕੀ ਕਰਾਂ, ਤੇਰੇ ਹੱਥ ਬੰਨੇ ਹੋਏ ਹਨ। ਕਤਲ ਕਰਨ ਦੇ ਅਪਰਾਧ ਵਿੱਚ ਰਹਿਮਤ ਨੂੰ ਕਈ ਸਾਲਾਂ ਦੀ ਸਜ਼ਾ ਹੋ ਗਈ। ਕਾਬਲੀ ਵਾਲੇ ਦਾ ਖਿਆਲ ਹੌਲੀ ਹੌਲੀ ਮਿੰਨੀ ਦੇ ਮਨ 'ਚੋਂ ਹਟ ਗਿਆ ਤੇ ਉਹ ਉਸ ਨੂੰ ਭੁੱਲ ਗਈ। ਕਈ ਸਾਲ ਲੰਘ ਗਏ। ਅੱਜ ਮਿੰਨੀ ਦਾ ਵਿਆਹ ਹੈ, ਲੋਕ ਆ ਜਾ ਰਹੇ ਹਨ। ਮੈਂ ਆਪਣੇ ਕਮਰੇ ਵਿੱਚ ਬੈਠਾ ਖਰਚੇ ਦਾ ਹਿਸਾਬ ਲਿਖ ਰਿਹਾ ਹਾਂ ਕਿ ਦੇਖਦਾ ਹਾਂ ਕਿ ਰਹਿਮਤ ਸਾਹਮਣੇ ਖੜਾ ਸਲਾਮ ਕਰ ਰਿਹਾ ਹੈ। ਪਹਿਲਾਂ ਤਾਂ ਮੈਂ ਉਸ ਨੂੰ ਪਛਾਣ ਨਾ ਸਕਿਆ। ਉਸ ਦੇ ਕੋਲ ਨਾ ਤਾਂ ਕੋਈ ਝੋਲਾ ਸੀ ਤੇ ਨਾ ਹੀ ਚਿਹਰੇ ਤੇ ਪਹਿਲਾਂ ਵਰਗੀ ਖੁਸ਼ੀ। ਬੜੇ ਗੌਰ ਨਾਲ ਵੇਖ ਕੇ ਉਹ ਪਤਾ ਚੱਲਿਆ ਕਿ ਉਹ ਰਹਿਮਤ ਹੈ। ਮੈਂ ਪੁੱਛਿਆ, ਕਿਉਂ ਰਹਿਮਤ, ਕਦੋਂ ਵਾਪਸ ਆਇਆ? ਮੈਂ ਕੱਲ ਸ਼ਾਮ ਜੇਲ੍ਹ ਤੋਂ ਰਿਹਾ ਹੋਇਆ ਹਾਂ, ਉਸਨੇ ਦੱਸਿਆ। ਮੈਂ ਉਸ ਨੂੰ ਕਿਹਾ, ਅੱਜ ਸਵੇਰੇ ਮੇਰੇ ਘਰ ਇੱਕ ਜ਼ਰੂਰੀ ਕੰਮ ਹੈ, ਮੈਂ ਉਸ 'ਚ ਬਹੁਤ ਰੁੱਝਿਆ ਹੋਇਆ ਹਾਂ। ਅੱਜ ਤੂੰ ਚਲਾ ਜਾ, ਫਿਰ ਕਦੇ ਆਈ। ਉਹ ਉਦਾਸ ਹੋ ਕੇ ਜਾਣ ਲੱਗਾ, ਪਰ ਦਰਵਾਜ਼ੇ ਕੋਲ ਰੁਕ ਕੇ ਕੁਝ ਝਿਜਕਦੇ ਬੋਲਿਆ, ਮੈਂ ਜ਼ਰਾ ਬੱਚੀ ਨੂੰ ਨਹੀਂ ਮਿਲ ਸਕਦਾ? ਕਿ ਮੈਂ ਜ਼ਰਾ ਬੱਚੀ ਨੂੰ ਨਹੀਂ ਮਿਲ ਸਕਦਾ? ਸ਼ਾਇਦ ਉਸ ਨੂੰ ਲੱਗਾ ਕਿ ਮਿੰਨੀ ਹੁਣ ਵੀ ਪਹਿਲਾਂ ਵਰਗੀ ਨਿੱਕੀ ਜਿਹੀ ਬੱਚੀ ਹੀ ਹੈ। ਉਹ ਪਹਿਲਾਂ ਵਾਂਗ ਹੀ ਕਾਬਲੀ ਵਾਲੇ ਪੁਕਾਰਦੀ ਭੱਜੀ ਆਵੇਗੀ। ਉਹਨਾਂ ਦੋਹਾਂ ਦੇ ਪੁਰਾਣੇ ਹਾਸੇ ਤੇ ਗੱਲਬਾਤ ਵਿੱਚ ਕੁਝ ਝਿਜਕ ਅਤੇ ਰੁਕਾਵਟ ਨਹੀਂ ਰਹੇਗੀ। ਮੈਂ ਕਿਹਾ, ਰਹਿਮਤ, ਅੱਜ ਮੈਂ ਘਰ ਵਿੱਚ ਬਹੁਤ ਕੰਮ ਹੈ, ਤੂੰ ਉਸ ਨੂੰ ਨਹੀਂ ਮਿਲ ਸਕੇਗਾ। ਉਹ ਕੁਝ ਉਦਾਸ ਹੋ ਗਿਆ ਤੇ ਸਲਾਮ ਕਰਕੇ ਦਰਵਾਜ਼ੇ 'ਚੋਂ ਬਾਹਰ ਨਿਕਲ ਗਿਆ। ਮੈਂ ਸੋਚ ਹੀ ਰਿਹਾ ਸੀ ਕਿ ਉਹ ਉਸ ਨੂੰ ਵਾਪਸ ਬੁਲਾਉਣਾ ਚਾਹਿਆ। ਐਨੇ ਨੂੰ ਉਹ ਆਪ ਹੀ ਵਾਪਸ ਮੁੜ ਆਇਆ ਤੇ ਬੋਲਿਆ, ਇਹ ਥੋੜਾ ਜਿਹਾ ਮੇਵਾ ਬੱਚੀ ਲਈ ਲਿਆਇਆ ਸਾਂ, ਉਸ ਨੂੰ ਦੇਣਾ। ਮੈਂ ਉਸ ਨੂੰ ਪੈਸੇ ਦੇਣੇ ਚਾਹੇ, ਪਰ ਉਸ ਨੇ ਕਿਹਾ, ਮਿਹਰਬਾਨੀ ਸਾਹਿਬ, ਬਾਬੂ ਸਾਹਿਬ, ਪੈਸੇ ਰਹਿਣ ਦਿਓ। ਫਿਰ ਥੋੜਾ ਜਿਹਾ ਰੁਕ ਕੇ ਬੋਲਿਆ, ਤੁਹਾਡੀ ਬੱਚੀ ਵਰਗੀ ਮੇਰੀ ਇੱਕ ਬੱਚੀ ਹੈ, ਉਸ ਨੂੰ ਯਾਦ ਕਰਕੇ ਹੀ ਮੈਂ ਤੁਹਾਡੀ ਬੱਚੀ ਨੂੰ ਥੋੜਾ ਜਿਹਾ ਮੇਵਾ ਲਿਆਇਆ ਸਾਂ, ਸੌਦਾ ਵੇਚਣ ਨਹੀਂ ਸੀ ਆਇਆ ਹਾਂ। ਉਸ ਨੇ ਆਪਣੀ ਜੇਬ 'ਚ ਹੱਥ ਪਾ ਕੇ ਕਾਗਜ਼ ਦਾ ਟੁਕੜਾ ਕੱਢਿਆ ਅਤੇ ਮੇਰੇ ਡੈਸਕ 'ਤੇ ਰੱਖ ਦਿੱਤਾ। ਮੈਂ ਦੇਖਿਆ ਕਿ ਕਾਗਜ਼ ਦੇ ਇਸ ਨਿੱਕੇ ਜਿਹੇ ਟੁਕੜੇ ਉੱਤੇ ਦੋ ਨਿੱਕੇ ਨਿੱਕੇ ਹੱਥਾਂ ਦੀ ਛਾਪ ਹੈ। ਹੱਥਾਂ 'ਤੇ ਕਾਲਖ ਲਗਾ ਕੇ ਇਹ ਛਾਪਾ ਲਿਆ ਸੀ। ਆਪਣੀ ਬੱਚੀ ਦੀ ਇਸ ਯਾਦ ਨੂੰ ਸੀਨੇ ਲਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿੱਚ ਸੌਦਾ ਵੇਚਣ ਆਉਂਦਾ ਸੀ। ਇਹ ਦੇਖ ਕੇ ਮੇਰੀਆਂ ਅੱਖਾਂ ਹੰਝੂ ਨਾਲ ਭਰ ਗਈਆਂ। ਸਭ ਕੁਝ ਭੁੱਲ ਕੇ ਮੈਂ ਉਸੇ ਵੇਲੇ ਮਿੰਨੀ ਨੂੰ ਬਾਹਰ ਬੁਲਾਇਆ। ਵਿਆਹ ਵੇਲੇ ਦਾ ਪੂਰਾ ਪਹਿਰਾਵਾ ਪਾਈ, ਗਹਿਣਿਆਂ ਨਾਲ ਸਜੀ ਹੋਈ ਮਿੰਨੀ ਚੁੱਪ ਕਰਕੇ ਮੇਰੇ ਕੋਲ ਆ ਖੜੀ। ਉਸ ਨੇ ਦੇਖਿਆ ਕਿ ਪਹਿਲਾਂ ਤਾਂ ਰਹਿਮਤ ਕਾਬਲੀ ਵਾਲਾ ਹੱਕਾ ਬੱਕਾ ਰਹਿ ਗਿਆ। ਕਿੰਨਾ ਹੀ ਚਿਰ ਉਸ ਵੱਲ ਪਹਿਲਾਂ ਵਾਂਗ ਕੋਈ ਗੱਲ ਨਹੀਂ ਹੋ ਸਕੀ। ਫਿਰ ਥੋੜੇ ਚਿਰ ਬਾਅਦ ਹੱਸ ਕੇ ਬੋਲਿਆ, ਝੱਲੀ, ਸਹੁਰੇ ਜਾ ਰਹੀ ਏਂ? ਮਿੰਨੀ ਹੁਣ ਸਹੁਰੇ ਦਾ ਮਤਲਬ ਸਮਝਦੀ ਸੀ। ਸੰਗ ਨਾਲ ਉਸਦਾ ਚਿਹਰਾ ਲਾਲ ਹੋ ਗਿਆ। ਮਿੰਨੀ ਦੇ ਉੱਥੇ ਜਾਣ ਤੋਂ ਬਾਅਦ ਇੱਕ ਹੌਂਕਾ ਜਿਹਾ ਭਰ ਕੇ ਰਹਿਮਤ ਭੁੰਜੇ ਹੀ ਬਹਿ ਗਿਆ। ਸ਼ਾਇਦ ਇਸ ਘੜੀ 'ਚ ਉਹ ਸੋਚ ਰਿਹਾ ਸੀ ਕਿ ਉਸ ਦੀ ਬੱਚੀ ਵੀ ਇੰਨੇ ਦਿਨਾਂ ਵਿੱਚ ਐਡੀ ਹੋਈ ਜਾਵੇਗੀ। ਰੱਬ ਜਾਣੇ ਇਹਨਾਂ 18 ਸਾਲਾਂ ਵਿੱਚ ਉਸ 'ਤੇ ਕੀ ਬੀਤੀ ਹੋਏਗੀ। ਉਸ ਦੀ ਯਾਦ ਵਿੱਚ ਗੁਆਚ ਗਿਆ। ਮੈਂ ਕੁਝ ਰੁਪਏ ਕੱਢ ਕੇ ਉਸ ਦੇ ਹੱਥ 'ਤੇ ਰੱਖ ਦਿੱਤੇ ਤੇ ਕਿਹਾ, ਜਾ ਰਹਿਮਤ, ਹੁਣ ਤੂੰ ਵੀ ਆਪਣੀ ਬੱਚੀ ਕੋਲ ਆਪਣੇ ਦੇਸ਼ ਚਲਾ ਜਾ। ਬੱਚੇ, ਇਹ ਜੋ ਕਹਾਣੀ ਹੈ ਇੱਕ ਛੋਟੀ ਜਿਹੀ ਬੱਚੀ ਤੇ ਇੱਕ ਕਾਬਲੀ ਵਾਲੇ ਦੇ ਪਿਆਰ ਦੇ ਭਰੀ ਕਹਾਣੀ ਹੈ, ਜੋ ਕਾਬਲੀ ਵਾਲਾ 18 ਸਾਲ ਬਾਅਦ ਵੀ ਉਸ ਬੱਚੀ ਨੂੰ ਨਾ ਭੁਲਾ ਸਕਿਆ।